ਪਲਾਸਟਿਕ ਲੌਬੀ ਦਾ ਕਿੱਡਾ ਵੱਡਾ ਪ੍ਰਭਾਵ ਹੋਊਗਾ। ਇਹ ਵੀ ਹੋ ਸਕਦਾ ਕਿ ਉਹ ਬਣਾਈ ਗੇਮ ਗਈ ਹੋਵੇ ਸਾਰੀ। ਮੈਂ ਤਾਂ ਬੜਾ ਸਪਸ਼ਟ ਕਹਿਣਾ ਕਿ ਉਸ ਲੌਬੀ ਕੋਲੋਂ ਪੈਸੇ ਇਕੱਠੇ ਕਰਨੇ ਹੋਣੇ ਆ ਇਲੈਕਸ਼ਨ ਜਿੱਤਣ ਲਈ, ਤੇ ਸੇਖੋਂ ਨੂੰ ਲਾਤਾ ਲੈ ਵੀ ਚੱਲ ਜਾ ਕੇ ਉਹਨਾਂ ਨੂੰ ਬਾਹਮ ਰੋਡ ਦੇ। ਬਦਲੀਆਂ ਕਰੋ, ਜੰਮ ਕਰੋ, ਪਰ ਜਿਹੜੇ ਉਹਨਾਂ ਆਫੀਸਰ ਸਾਹਿਬਾਨ ਨੇ, ਮੇਅਰ ਸਮੇਤ ਸਾਰਿਆਂ ਨੇ, ਜਿਸ ਟੀਮ ਨੇ ਆਪਣੇ ਸਾਈਨ ਕਰਕੇ ਜਸਦੇਵ ਸਿੰਘ ਸੇਖੋਂ ਨੂੰ ਜ਼ਿੰਮੇਵਾਰੀ ਦਿੱਤੀ ਸੀ, ਉਹਨਾਂ ਦੀ ਵੀ ਨਾਲ ਅਬੋਹਰ ਬਦਲੀ ਕਰੋ। ਸੇਖੋਂ ਸਾਹਿਬ ਤਾਂ ਉਹਨਾਂ ਦੇ ਕਾਫੀ ਕਰੀਬੀ ਵੀ ਮੰਨੇ ਜਾਂਦੇ ਸਨ। ਸਾਡਾ ਪੰਜਾਬੀ ਦਾ ਗਾਣਾ ਮਿੱਤਰਾਂ 'ਚ ਖੜਕ ਪਈ ਜਰਾ ਸੁਣ ਕੇ ਜਾਈ ਸਰਦਾਰਾ, ਕੁਛ ਇਦਾਂ ਦੀ ਗੱਲ ਵੀ ਮੈਨੂੰ ਲੱਗਦੀ ਆ। ਸਰਕਾਰ ਨੇ ਹੀ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਬੈਨ ਕੀਤਾ, ਠੀਕ ਹੈ, ਉਹਦੇ ਅਗੇਂਸਟ ਚਲਾਨ ਕੱਟਣ ਦੀ ਤੇ ਆਪਣੀ ਓਨੈਸਟੀ ਡਿਊਟੀ ਨਿਭਾਉਣ ਦੀ ਇਹ ਸਜ਼ਾ ਦਿੱਤੀ ਜਾਊਗੀ। ਇਹਦਾ ਮਤਲਬ ਸਰਕਾਰ ਸਿੱਧਾ ਚਾਹੁੰਦੀ ਹੈ ਕਿ ਕੋਈ ਵੀ ਮੰਤਰੀ ਆਪਦੀ ਜਿਹੜੀ ਡਿਊਟੀ ਓਨੈਸਟਲੀ ਨਾ ਕਰੇ। ਉਹ ਵਿਚਾਰੇ ਨਾਲ ਬਦਕਿਸਮਤੀ ਉਹਦੀ ਇੰਨੀ ਧੱਕਾ ਇੰਨਾ ਹੋਇਆ, ਜਦੋਂ ਉਹਦੇ ਆਪਣੇ ਆ ਗਏ ਉਹਨਾਂ ਨੇ ਚੱਕ ਕੇ ਉਹਨੂੰ ਜਮਾਂ ਹੀ ਖੁੱਡੇ ਲੈਣ ਕਰਤਾ। ਦਿਖਾਓ ਲੁਧਿਆਣੇ ਮਿਊਨਿਸਪਲ ਕਾਰਪੋਰੇਸ਼ਨ 'ਚੋਂ ਕਿਹਨੂੰ ਸਜ਼ਾ ਵਜੋਂ ਅਬੋਹਰ ਬਦਲੀ ਕੀਤੀ ਗਈ ਹੈ, ਕਿਹਨੂੰ ਖੁੱਡੇ ਲੈਣ ਲਾਇਆ ਗਿਆ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਜਸਦੇਵ ਸਿੰਘ ਸੇਖੋਂ ਦਾ ਤਬਾਦਲਾ ਕਰ ਦਿੱਤਾ ਗਿਆ। ਇੱਕ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਵੇਂ ਕਿ ਪਲਾਸਟਿਕ ਨੂੰ ਬੈਨ ਕਰ ਦਿੱਤਾ ਗਿਆ ਸੀ, ਜਿਹੜੇ ਲਿਫਾਫਿਆਂ ਨੂੰ ਬੈਨ ਕਰ ਦਿੱਤਾ ਗਿਆ ਸੀ। ਉਹਨਾਂ ਨੇ ਆਪਣੀ ਜੋ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ, ਪਰ ਉਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। ਉਹਨਾਂ ਦੇ ਹੱਕ ਵਿੱਚ ਅੱਜ ਇੱਥੇ ਲੋਕ NGOs ਤੋਂ ਵੱਖ-ਵੱਖ ਸੋਸ਼ਲ ਐਕਟਿਵਿਸਟ ਵੀ ਆਏ, ਵੱਖ-ਵੱਖ ਸਰਕਾਰੀ ਅਹੁਦੇਦਾਰ ਵੀ ਆਏ ਅਤੇ ਕੁਝ ਕਹਿ ਸਕਦੇ ਆ ਪੋਲੀਟੀਸ਼ੀਅਨ ਵੀ ਇੱਥੇ ਆਏ ਨੇ। ਆਉਣ ਦਾ ਮਕਸਦ ਕੀ ਹੈ? ਅੱਜ ਸੇਖੋਂ ਸਾਹਿਬ ਦਾ ਤਬਾਦਲਾ ਹੋ ਗਿਆ, ਬਦਲੀ ਹੋ ਗਈ, ਕੀ ਕਾਰਨ ਕੀ ਰਹੇ ਉਹਦੇ ਪਿੱਛੇ? ਦੇਖੋ, ਬਦਲੀਆਂ ਹੋਣੀਆਂ ਗਵਰਨਮੈਂਟ EMPLOYEES ਦਾ ਪਾਰਟ ਐਂਡ ਪਾਰਸਲ ਆਫ ਲਾਈਫ ਹੈ। ਕੋਈ ਗੁਨਾਹ ਨਹੀਂ ਹੈਗਾ, ਪੰਜਾਬ 'ਚ ਹੀ ਬਦਲੀ ਹੋਈ ਆ, ਕੋਈ ਪੰਜਾਬ ਤੋਂ ਬਾਹਰ ਨਹੀਂ ਹੋਈ। ਬਦਲੀਆਂ ਰੂਟੀਨ ਹੈ ਇੱਕ, ਲੇਕਿਨ ਬਦਲੀ ਹੋਣ ਦੇ ਪਿੱਛੇ ਕਾਰਨ ਕੀ ਹੈ ਔਰ ਬਦਲੀ ਅਬੋਹਰ ਵਰਗੇ ਹਲਕੇ 'ਚ ਕਰਨ ਦੇ ਪਿੱਛੇ ਮਨਸ਼ਾ ਕੀ ਹੈ, ਉਹ ਜਿਹੜਾ ਦੁੱਖ ਹੈ ਮੈਂ ਸਮਝਦਾ ਕਿ ਸੋਸ਼ਲ ਮੀਡੀਆ 'ਤੇ ਪਿਛਲੇ 3-4 ਦਿਨ ਤੋਂ ਬਹੁਤ ਵੱਡੀ ਗੱਲ ਚੱਲ ਰਹੀ ਹੈ। ਰੋਸ ਹੈ, ਕੱਲਾ ਕਿਸੇ ਇੱਕ ਹਲਕੇ 'ਚ ਨਹੀਂ, ਸਮੁੱਚੇ ਲੁਧਿਆਣੇ 'ਚ, ਸਮੁੱਚੀ ਮਿਊਨਿਸਪਲ ਕਾਰਪੋਰੇਸ਼ਨ 'ਚ ਰੋਸ ਹੈ ਇਸ 'ਚ ਗੱਲ ਦਾ, ਔਰ ਸ਼ਹਿਰ 'ਚ ਰੋਸ ਹੈ। ਉਹਦਾ ਕਾਰਨ ਡੀਅਰ ਇਹ ਹੈ ਕਿ ਜਦੋਂ ਸਾਡੇ ਆ ਕਰੋਨਾ ਵਰਗੀ ਭਿਆਨਕ ਬਿਮਾਰੀ ਆਈ ਹੈ ਜਿਹਦਾ ਸਾਨੂੰ ਪਤਾ ਹੀ ਨਹੀਂ ਸੀ, ਉਹਦੇ ਵਿੱਚ ਹਾਲਾਤ ਇੱਥੋਂ ਤੱਕ ਨਿੱਘਰ ਗਏ ਕਿ ਜਿਨ੍ਹਾਂ ਘਰਾਂ 'ਚ ਕੋਈ ਕਰੋਨਾ ਪੋਜ਼ਿਟਿਵ ਪੇਸ਼ੈਂਟ ਆ ਗਿਆ ਉਹਨੂੰ ਸੈਨੀਟਾਈਜ਼ ਕਰਨਾ, ਕੋਈ ਅੱਗੇ ਆਉਣ ਨੂੰ ਤਿਆਰ ਨਹੀਂ। ਤਾਂ ਡਿਊਟੀ ਕਿਹਦੀ ਲੱਗੀ ਆ? ਜਸਦੇਵ ਸਿੰਘ ਸੇਖੋਂ ਦੀ। ਉਹਨੇ ਆਪਣੀ ਜਾਨ ਤਲੀ ਤੇ ਧਰੀ ਹੈ। ਇਹ ਹਾਲਾਤ ਵੀ ਹੋ ਗਏ ਕਿ ਜਿਹੜੇ ਕਰੋਨਾ ਕਾਰਨ ਮਰ ਗਏ, ਸਦੀਵੀ ਵਿਛੋੜਾ ਦੇ ਗਏ ਸਾਨੂੰ, ਉਹਨਾਂ ਦੇ ਪਰਿਵਾਰਾਂ ਵਾਲੇ ਉਹਦਾ ਸੰਸਕਾਰ ਕਰਨ ਤੋਂ ਵੀ ਭੱਜ ਗਏ, ਡਰ ਕਿ ਅਸੀਂ ਨਾ ਮਰ ਜਾਈਏ। ਉਹ ਡਿਊਟੀ ਕਿਹਨੂੰ ਲੱਗੀ? ਜਸਦੇਵ ਸਿੰਘ ਸੇਖੋਂ ਨੂੰ। ਉਹ ਨਿਭਾਈ। ਜਦੋਂ ਇੱਕ ਮੁਲਾਜ਼ਮ ਇਹ ਡਿਊਟੀ ਨਿਭਾ ਕੇ ਘਰੇ ਜਾਂਦਾ ਹੈ, ਕੀ ਆਪਾਂ ਇਹ ਅਹਿਸਾਸ ਨਹੀਂ ਕਰ ਸਕਦੇ ਕਿ ਉਹਨਾਂ ਦੇ ਬੱਚਿਆਂ ਤੇ, ਉਹਦੀ ਬੀਵੀ ਤੇ, ਮਾਂ-ਬਾਪ ਤੇ ਕੀ ਇਫੈਕਟ ਪੈਂਦਾ ਕਿ ਸਾਡਾ ਪੁੱਤ ਕਿਹੜੀ ਡਿਊਟੀ ਨਿਭਾ ਕੇ ਆਇਆ? ਅਫਸਰ ਤਾਂ ਸਾਰੇ ਬਹਿਣ ਆਪਣੇ AC ਕਮਰਿਆਂ 'ਚ, ਉਹ ਤਾਂ ਹੱਥਾਂ 'ਤੇ ਪਾ ਕੇ ਗਲਵਜ਼ ਤੇ ਮੂੰਹ 'ਤੇ ਲਾ ਕੇ ਮਾਸਕ, ਕਿਸੇ ਨਾਲ ਗੱਲ ਨਾ ਕਰਨ, ਟੇਬਲ ਦੇ ਅੱਗੇ 2 ਟੇਬਲ ਜੋੜ ਲੈਣ, ਤੇ ਸੇਖੋਂ ਵਰਗੇ ਕਿਸੇ ਮਾਂ ਦੇ ਪੁੱਤ ਨੂੰ ਕਹਿਣ ਚੱਲ ਵੀ ਤੂੰ ਸੈਨੀਟਾਈਜ਼ ਕਰ ਸਾਰੇ ਸ਼ਹਿਰ ਨੂੰ, ਤੂੰ ਲਾਸ਼ਾਂ ਦਾ ਸੰਸਕਾਰ ਵੀ ਕਰ, ਪਰ ਉਹਦੇ ਨਾਲ ਉਹਨੂੰ 4 ਸਾਲ ਦੇ ਵਿੱਚ ਕੋਈ ਤੁਸੀਂ ਚੰਗੀ ਪੋਸਟ 'ਤੇ ਬਿਨਾਂ ਬਹਿਣ ਦਿਓ, ਖੁੱਡੇ ਲੈਣ ਲਾ ਕੇ ਰੱਖੋ। ਹੁਣ ਕਮਿਸ਼ਨਰ ਵੀ ਸ਼ਾਮਲ ਹੋਊ, ਮੇਅਰ ਵੀ ਸ਼ਾਮਲ ਹੋਊ, ਹੋਰ ਅਫਸਰ ਵੀ ਸ਼ਾਮਲ ਹੋਣਗੇ, ਅਮਲਾ ਫੈਲਾ ਵੀ ਹੋਊਗਾ। ਜਦੋਂ ਇਹ ਫੈਸਲਾ ਹੋਇਆ ਹੋਊਗਾ, ਕਾਰਪੋਰੇਸ਼ਨ ਦਾ ਮਤਾ ਪਿਆ ਹੋਊਗਾ ਕਿ ਸਿੰਗਲ ਯੂਜ਼ ਪਲਾਸਟਿਕ ਬੈਨ ਕਰਨਾ ਗਵਰਨਮੈਂਟ ਆਫ ਇੰਡੀਆ ਦਾ ਆਰਡਰ ਹੈ, ਪੰਜਾਬ ਸਰਕਾਰ ਦਾ ਆਰਡਰ ਹੈ, ਹਾਈ ਕੋਰਟ ਸੁਪਰੀਮ ਕੋਰਟ ਦਾ ਆਰਡਰ ਹੈ ਮਾਨਯੋਗ ਦਾ, ਤੇ ਉਹਦੇ ਲਈ ਉਹਦਾ ਜਿਹੜਾ ਇੰਚਾਰਜ ਲਾਇਆ ਗਿਆ ਸਰਦਾਰ ਜਸਦੇਵ ਸਿੰਘ ਸੇਖੋਂ ਨੂੰ ਲਾਇਆ ਗਿਆ, ਤੇ ਉਹਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ। ਤੁਸੀਂ ਪੱਤਰਕਾਰ ਭਰਾਵਾਂ ਨੇ ਸਾਰਿਆਂ ਨੇ ਛਾਪਿਆ, ਤੇ ਉਹ ਪਲਾਸਟਿਕ ਲੌਬੀ ਦਾ ਕਿੱਡਾ ਵੱਡਾ ਪ੍ਰਭਾਵ ਹੋਊਗਾ। ਇਹ ਵੀ ਹੋ ਸਕਦਾ ਕਿ ਉਹ ਬਣਾਈ ਗੇਮ ਗਈ ਹੋਵੇ ਸਾਰੀ। ਮੈਂ ਤਾਂ ਬੜਾ ਸਪਸ਼ਟ ਕਹਿਣਾ ਕਿ ਉਸ ਲੌਬੀ ਕੋਲੋਂ ਪੈਸੇ ਇਕੱਠੇ ਕਰਨੇ ਹੋਣੇ ਆ ਇਲੈਕਸ਼ਨ ਜਿੱਤਣ ਲਈ, ਤੇ ਸੇਖੋਂ ਨੂੰ ਲਾਤਾ ਲੈ ਵੀ ਚੱਲ ਜਾ ਕੇ ਉਹਨਾਂ ਨੂੰ ਬਾਹਮ ਰੋਡ ਦੇ, ਪਰ ਉਹਨੇ ਇਮਾਨਦਾਰੀ ਨਾਲ ਜ਼ਬਤ ਕਰ ਲਿਆ ਮਟੀਰੀਅਲ ਸਾਰਾ। ਲੌਬੀ ਦਾ ਪ੍ਰੈਸ਼ਰ ਪੈ ਗਿਆ। ਜਸਦੇਵ ਸਿੰਘ ਸੇਖੋਂ ਨੂੰ ਬੈਕ ਡੇਟ 'ਚ 6 ਤਰੀਕ ਨੂੰ ਆਰਡਰ ਫੜਾਇਆ ਜਾਂਦਾ, 6 ਅਗਸਤ ਨੂੰ ਆਰਡਰ ਆ 30 ਜੁਲਾਈ ਦਾ, ਉਹਦੀ ਅਬੋਹਰ ਬਦਲੀ ਕੀਤੀ ਜਾਂਦੀ ਹੈ। ਤੇ ਮੈਂ ਇਹ ਮੰਗ ਕਰਦਾ, ਸਾਰੇ ਸਾਥੀ ਅਸੀਂ ਮੰਗ ਕਰਦੇ ਹਾਂ,
ਬਦਲੀਆਂ ਕਰੋ, ਜੰਮ ਕਰੋ, ਪਰ ਜਿਹੜੇ ਉਹਨਾਂ ਆਫੀਸਰ ਸਾਹਿਬਾਨ ਨੇ, ਮੇਅਰ ਸਮੇਤ ਸਾਰਿਆਂ ਨੇ, ਜਿਸ ਟੀਮ ਨੇ ਆਪਣੇ ਸਾਈਨ ਕਰਕੇ ਜਸਦੇਵ ਸਿੰਘ ਸੇਖੋਂ ਨੂੰ ਜ਼ਿੰਮੇਵਾਰੀ ਦਿੱਤੀ ਸੀ, ਉਹਨਾਂ ਦੀ ਵੀ ਨਾਲ ਅਬੋਹਰ ਬਦਲੀ ਕਰੋ। ਉਹ ਇੱਥੇ ਕਿਉਂ ਬਹਿਣ? ਔਰ ਕਿਤੇ ਨਾ ਕਿਤੇ ਇਸ ਬਦਲੀ ਦੇ ਪਿੱਛੇ ਉਹ ਜਿਹੜੀ ਇੱਕ ਨਾ ਕੀ ਕਹਿੰਦੇ ਹੁੰਦੇ ਆ, ਜਦੋਂ ਦੋਸਤੀ 'ਚ ਦਰਾਰ ਪੈ ਜਾਵੇ, ਮੈਂ ਬੜਾ ਸਪਸ਼ਟ ਬੋਲਦਾ, ਉਹ ਵੀ ਨਜ਼ਰ ਆਉਂਦੀ ਆ ਕਿਤੇ ਨਾ ਕਿਤੇ। ਮੈਂ ਸਮਝਦਾ ਕਿ ਐਡੇ ਵੱਡੇ ਕੱਦ ਦੇ ਵਜ਼ੀਰ ਸਾਹਿਬ ਨੂੰ, ਸਾਡਾ ਵੀ ਸਾਥੀ ਆ, ਸਾਡਾ ਭਰਾ ਦੋਸਤ ਹੈ, ਪਰ ਉਹ ਨਹੀਂ ਚੰਗਾ ਲੱਗਦਾ ਕਿ ਇਸ ਤਰੀਕੇ ਦੀ ਲੜਾਈ ਲੜੀ ਜਾਵੇ। ਇਹ ਚੰਗੀ ਨਹੀਂ ਹੈਗੀ। ਪਰ ਸੇਖੋਂ ਸਾਹਿਬ ਤਾਂ ਉਹਨਾਂ ਦੇ ਕਾਫੀ ਕਰੀਬੀ ਵੀ ਮੰਨੇ ਜਾਂਦੇ ਸਨ। ਉਹ ਸਾਡਾ ਪੰਜਾਬੀ ਦਾ ਗਾਣਾ ਮਿੱਤਰਾਂ 'ਚ ਖੜਕ ਪਈ ਜਰਾ ਸੁਣ ਕੇ ਜਾਈ ਸਰਦਾਰਾ, ਕੁਛ ਇਦਾਂ ਦੀ ਗੱਲ ਵੀ ਮੈਨੂੰ ਲੱਗਦੀ ਆ, ਇਹ ਕਿਤੇ ਨਾ ਕਿਤੇ ਹੈਗੀ ਆ। ਪਰ ਮੈਂ ਇੱਕ ਗੱਲ ਇੱਥੇ ਬੜੀ ਸਪਸ਼ਟ ਕਹਿਣੀ ਚਾਹੁੰਦਾ, ਹੋਇਆ ਜਸਦੇਵ ਸਿੰਘ ਸੇਖੋਂ ਨਾਲ ਧੱਕਾ ਹੀ ਆ। 10 ਸਾਲ ਮੈਂ ਕਾਉਂਸਲਰ ਰਿਹਾ, ਤੇ ਜੇ ਕਿਤੇ ਕੋਈ ਡਿਊਟੀ ਜਸਦੇਵ ਸਿੰਘ ਸੇਖੋਂ ਦੇਣੀ ਹੁੰਦੀ ਸੀ, ਮੈਂ ਬੜਾ ਸਪਸ਼ਟ ਬੋਲਦਾ ਤੁਹਾਡੇ ਸਾਹਮਣੇ, ਇਹਨੂੰ ਨਹੀਂ ਕੋਈ ਡਿਊਟੀ ਦੇਣੀ। ਉਹ ਵਿਚਾਰੇ ਨਾਲ ਬਦਕਿਸਮਤੀ ਉਹਦੀ ਇੰਨੀ ਧੱਕਾ ਇੰਨਾ ਹੋਇਆ, ਜਦੋਂ ਉਹਦੇ ਆਪਣੇ ਆ ਗਏ ਉਹਨਾਂ ਨੇ ਚੱਕ ਕੇ ਉਹਨੂੰ ਜਮਾਂ ਹੀ ਖੁੱਡੇ ਲੈਣ ਕਰਤਾ। ਪਰ ਇਹ ਨਹੀਂ, ਇਹ ਗੱਲਾਂ ਛੱਡ ਦਈਏ, ਇਹ ਗੱਲਾਂ ਛੱਡ ਕੇ ਮੈਂ ਸਿਧਾਂਤਕ ਗੱਲ ਕਰਦਾ। ਪਿਛਲੇ 30-40 ਸਾਲਾਂ ਦੇ ਇਤਿਹਾਸ 'ਚ ਬੇਗਾਨਿਆਂ ਨੇ ਭਾਵੇਂ ਨਾ ਤੱਕਿਆ ਕੀਤਾ ਹੋਵੇ, ਆਪਣਿਆਂ ਨੇ ਤਾਂ ਜ਼ਰੂਰ ਕਰਤਾ। ਦੇਖੋ, ਦਰਦ ਵੀ ਉਦੋਂ ਹੁੰਦਾ ਜਦੋਂ ਆਪਣਾ ਮਾਰਦਾ। ਆਪਣਾ ਮਾਰੂ ਸ਼ਾਮੇ ਦਾ ਸਿੱਟੂ, ਇਹ ਤਾਂ ਆਪਣੇ ਨਹੀਂ ਧੁੱਪੇ ਸਿੱਟਦਾ ਜਿੱਥੇ ਪਾਣੀ ਵੀ ਨਹੀਂ ਆਉਣਾ। ਇਹ ਚੀਜ਼ ਦੁੱਖ ਦੀ ਹੈ। ਇਸ ਕਰਕੇ ਸਾਰੇ ਲੋਕ ਇੱਥੇ ਇਕੱਠੇ ਹੋਏ ਆ। ਮੈਂ ਵੀ ਆਇਆ, ਮੈਂ ਕੋਈ ਪਾਰਟੀ ਵੱਲੋਂ ਨਹੀਂ ਅੱਜ ਇੱਥੇ ਆਇਆ, ਮੈਂ ਇੱਕ ਸ਼ਹਿਰੀ ਹੋਣ ਦੇ ਨਾਤੇ, ਇੱਕ ਦੋਸਤੀ ਦੇ ਨਾਤੇ ਇੱਥੇ ਆਇਆ। ਦਰਦ ਹੋਇਆ ਇਸ ਗੱਲ ਦਾ ਕਿ ਗਲਤ ਹੈ। ਪਿਛਲੇ 40 ਸਾਲ 'ਚ ਦਿਖਾਓ ਲੁਧਿਆਣੇ ਮਿਊਨਿਸਪਲ ਕਾਰਪੋਰੇਸ਼ਨ 'ਚੋਂ ਕਿਹਨੂੰ ਸਜ਼ਾ ਵਜੋਂ ਅਬੋਹਰ ਬਦਲੀ ਕੀਤੀ ਗਈ ਆ, ਕਿਹਨੂੰ ਖੁੱਡੇ ਲੈਣ ਲਾਇਆ ਗਿਆ। ਫਿਰ ਕੱਲੀ ਪਿਕ ਐਂਡ ਚੂਜ਼, ਇਹ ਸਵਾਲ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰੇ ਦੇ ਉੱਤੇ ਵੀ ਆ। ਬ੍ਰਹਮ ਮਹਿੰਦਰਾ ਸਾਹਿਬ, ਤੁਸੀਂ ਵੀ ਆਪਣੇ ਇਸ ਆਰਡਰ ਨੂੰ ਚੈੱਕ ਕਰੋ। ਤੁਹਾਡੇ ਆਰਡਰ 'ਚ 3 ਨਾਂ ਲਿਖੇ ਨੇ, ਮੈਨੂੰ 2 ਨਾਂ ਯਾਦ ਨਹੀਂ ਕਿਹਨਾਂ ਦੇ ਲਿਖੇ ਆ। ਉਹਨਾਂ ਨੂੰ ਲਿਖਿਆ ਨਵੀਂ ਤੈਨਾਤੀ ਜਲੰਧਰ, ਪਰ ਪੁਰਾਣੀ ਜਿਹੜੀ ਡਿਊਟੀ ਆ ਉਹ ਵੀ ਜਾਰੀ ਰਹੂਗੀ ਲੁਧਿਆਣੇ ਵੀ। ਉਹ ਅਫਸਰ 2 ਜ਼ਿਲ੍ਹਿਆਂ 'ਚ ਡਿਊਟੀ ਨਿਭਾਉਣਗੇ, ਅੱਛਾ, ਜਲੰਧਰ 'ਚ ਵੀ ਤੇ ਲੁਧਿਆਣੇ 'ਚ ਵੀ, ਕਿਉਂਕਿ ਉਹ ਚਹੇਤੇ ਹੋਣਗੇ ਨਾ ਕਿਸੇ ਨਾ ਕਿਸੇ ਦੇ। ਮੈਂ ਸੱਚ ਬੋਲਦਾ, ਉਹ ਚਹੇਤੇ ਹੋਣਗੇ। ਇਹ ਚਹੇਤਾ ਨਹੀਂ ਹੈਗਾ, ਇਸ ਕਰਕੇ ਇਹਦੀ ਬਦਲੀ ਅਬੋਹਰ ਕੀਤੀ ਜਾਊਗੀ। ਇਹ ਨਾ ਹੋਵੇ ਕਿ ਆਉਣ ਵਾਲੇ 2 ਦਿਨ ਦੇ ਵਿੱਚ ਸਮੁੱਚਾ ਲੁਧਿਆਣਾ ਖੜਾ ਹੋ ਜਾਵੇ ਤੇ ਇੱਥੇ ਕੋਈ ਇੱਕ ਨਵੀਂ ਮੂਵਮੈਂਟ ਸ਼ੁਰੂ ਹੋ ਜਾਵੇ। ਚੇਤਾਵਨੀਆਂ ਮਾਨਯੋਗ ਮੇਅਰ ਸਾਹਿਬ ਨੂੰ, ਮੰਤਰੀ ਸਾਹਿਬ ਨੂੰ ਤੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਵੀ ਇਹ ਜਿਹੜਾ ਆਰਡਰ ਹੈ ਰਿਵਾਈਜ਼ ਹੋਣਾ ਚਾਹੀਦਾ, ਗਲਤ ਹੈ। ਸੇਖੋਂ ਸਾਹਿਬ ਕਾਫੀ ਐਨਜੀਓਜ਼ ਨਾਲ ਜੁੜ ਕੇ ਕੰਮ ਵੀ ਕਰਦੇ ਸਨ, ਤੁਹਾਡੇ ਨਾਲ ਵੀ ਬਹੁਤ ਕੰਮ ਕੀਤਾ। ਜਦੋਂ ਇਹ ਆਰਡਰ ਆਇਆ ਕਿੱਦਾਂ ਲੱਗਿਆ? ਇਹ ਵੀ ਦੇਖਣ 'ਚ ਆਇਆ ਵੀ ਅੱਜ ਸਰਕਾਰੀ ਨੌਕਰੀਆਂ ਲਈ ਅੱਗੇ ਆ ਗਏ, ਜਿਹੜੇ ਅੱਗੇ ਕਦੀ ਮੀਡੀਆ ਦੇ ਅੱਗੇ ਆਉਂਦੇ ਨਹੀਂ, ਬੋਲਦੇ ਨਹੀਂ, ਉਹ ਵੀ ਅੱਜ ਆ ਕੇ ਬੋਲੇ ਨੇ। ਦੇਖੋ, ਇਹ ਕਿਤੇ ਨਾ ਕਿਤੇ ਤਾਂ ਉਸ ਬੰਦੇ ਦੀ ਕਹਿ ਲਓ ਵੀ ਚੰਗੇ ਕਰੈਕਟਰ ਦੀ ਸਿਫਤ ਵੀ ਹੈ ਨਾ, ਬਈ ਅੱਜ ਜਦੋਂ ਮਤਲਬ ਉਹਨਾਂ ਦੀ ਆਰਡਰ ਦੇ ਕਹਿ ਲਓ ਬਈ ਆਉਂਦੇ ਆ, ਇੱਥੇ ਹਜ਼ਾਰਾਂ ਅਫਸਰ ਆ ਜਿਨ੍ਹਾਂ ਦੀ ਰੋਜ਼ ਬਦਲੀਆਂ ਹੁੰਦੀਆਂ। ਆਮ ਪਬਲਿਕ ਨੂੰ ਜਾਂ ਆਮ ਸਿਵਿਲੀਅਨਸ ਨੂੰ ਕੀ ਲੈਣਾ ਦੇਣਾ ਹੁੰਦਾ? ਤੁਹਾਨੂੰ ਜਾਂ ਮੈਨੂੰ ਕੀ ਲੈਣਾ ਦੇਣਾ ਹੁੰਦਾ? ਕਦੇ ਕੁਛ ਨਹੀਂ ਲੈਣਾ ਦੇਣਾ ਹੁੰਦਾ ਨਾ, ਵੀ ਕੌਣ ਅਫਸਰ ਬਦਲ ਕੇ ਕਿੱਥੇ ਜਾ ਰਿਹਾ। ਪਰ ਜਦੋਂ ਕੋਈ ਉਸ ਲੈਵਲ ਦਾ ਆਫਿਸਰ ਬਦਲਦਾ ਹੈ ਜਿਹਦੀ ਪਬਲਿਕ ਨਾਲ ਬੜੀ ਵਧੀਆ ਟਿਊਨਿੰਗ ਹੁੰਦੀ ਹੈ, ਜਿਹਦੀ ਐਨਜੀਓਜ਼ ਨਾਲ ਬੜੀ ਵਧੀਆ ਟਿਊਨਿੰਗ ਹੁੰਦੀ ਹੈ, ਜਿੱਦਾਂ ਹੁਣੇ ਭਾਜੀ ਦੱਸ ਰਹੇ ਸੀਗੇ ਕਿ ਕਰੋਨਾ ਦੇ ਵਿੱਚ ਮਤਲਬ ਮੈਨੂੰ ਲੱਗਦਾ ਵੀ ਸਾਰੇ ਇੰਡੀਆ 'ਚ ਸਭ ਤੋਂ ਪਹਿਲਾਂ ਲੁਧਿਆਣੇ ਨੇ ਉਹ ਸੈਨੀਟਾਈਜੇਸ਼ਨ ਜਿਹੜੀ ਹੈ ਉਹ ਸਟਾਰਟ ਕੀਤੀ ਸੀ। ਉਸ ਪ੍ਰੋਜੈਕਟ ਨੂੰ ਹਰ ਡਿਸਟ੍ਰਿਕਟ ਨੇ, ਹਰ ਸਟੇਟ ਨੇ ਰੈਪਲੀਕੇਟ ਕੀਤਾ, ਉਹਨੂੰ ਦੁਬਾਰਾ ਰਿਪੀਟ ਕੀਤਾ। ਬੈਂਗਲੌਰ ਤੱਕ, ਈਵਨ ਸਾਊਥ ਤੱਕ ਲੁਧਿਆਣੇ 'ਚੋਂ ਮਸ਼ੀਨਾਂ ਬਣ ਕੇ ਜਾਂਦੀਆਂ ਰਹੀਆਂ। ਜਿਹੜਾ ਪਾਇਲਟ ਪ੍ਰੋਜੈਕਟ ਪੰਜਾਬ ਕਹਿ ਲਓ ਲੁਧਿਆਣੇ ਨੇ ਸਟਾਰਟ ਕੀਤਾ ਅੰਡਰ ਦੀ ਗਾਈਡੈਂਸ ਆਫ ਸੇਖੋਂ ਸਾਹਿਬ, ਹੈ ਨਾ। ਤੋ ਇੱਕ ਅਫਸਰ ਦੇ ਵਿੱਚ ਕੋਈ ਨਾ ਕੋਈ ਤੇ ਐਸੀ ਗੱਲ ਹੁੰਦੀ ਹੈ ਨਾ ਕਿ ਹਾਂ ਵੀ ਉਹ ਪਬਲਿਕ ਉਹਦੇ ਨਾਲ ਆ ਕੇ ਖੜੀ ਹੈ। ਐਨਜੀਓਜ਼ ਲਈ ਮੈਂ ਇਸ ਕਰਕੇ ਉਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਪੰਗਾ ਕੀ ਹੈ, ਜਦੋਂ ਕੋਈ ਐਨਜੀਓ ਨੇ ਕੰਮ ਕਰਨਾ ਹੁੰਦਾ ਨਾ, ਅਸੀਂ ਇੱਕ ਲੈਟਰ ਲੈ ਕੇ ਜਾਂਦੇ ਹਾਂ, ਮੰਨ ਲਓ ਫੋਰ ਐਗਜ਼ਾਮਪਲ ਡੀਸੀ ਆਫਿਸ, ਤਾਂ ਡੀਸੀ ਆਫਿਸ ਸਾਨੂੰ ਦੱਸਦੇ ਆ ਵੀ ਇੱਥੇ ਚੱਲ ਜਾਓ, ਉੱਥੇ ਚੱਲ ਜਾਓ, ਉੱਥੇ ਚੱਲ ਜਾਓ। ਜੇ ਸਾਡਾ 15 ਦਿਨ ਦਾ ਪ੍ਰੋਜੈਕਟ ਹੈ ਨਾ, ਤਾਂ 20 ਦਿਨ ਸਾਨੂੰ ਪਰਮਿਸ਼ਨਾਂ 'ਚ ਲੱਗ ਜਾਂਦਾ। ਜੇ ਦੂਜੇ ਪਾਸੇ ਆਵਾਂ ਤੇ ਮੰਨ ਲਓ ਅੱਜ ਸਾਡੀ ਟਿਊਨਿੰਗ ਇਸ ਲੈਵਲ ਦੀ ਸੀਗੀ, ਸਾਨੂੰ ਪਤਾ ਸੀਗਾ ਵੀ ਕਾਰਪੋਰੇਸ਼ਨ 'ਚ ਕਿੱਦਾਂ ਦੇ ਆਫਿਸਰ ਨੇ ਜਿਹੜੇ ਤੁਹਾਨੂੰ ਗਾਈਡ ਕਰ ਸਕਦੇ। ਮੰਨ ਲਓ ਕਾਰਪੋਰੇਸ਼ਨ ਦਾ ਕੰਮ ਵੀ ਨਹੀਂ ਹੈ, ਪਰ ਬੀਇੰਗ ਔਨ ਦੈਟ ਸੀਟ, ਉਹ ਡਿਊਟੀ 'ਚ ਰਹਿੰਦੇ ਹੋਏ ਉਹਨਾਂ ਨੂੰ ਸਾਰੇ ਸਿਸਟਮਸ ਐਂਡ ਪ੍ਰੋਟੋਕੋਲਸ ਪਤਾ ਸੀ। ਉਹਨਾਂ ਨੂੰ ਤੁਸੀਂ ਪੁੱਛ ਲਓ ਵੀ ਆਹ ਕੰਮ ਕਿੱਦਾਂ ਹੋਣਾ, ਉਹਨਾਂ ਨੇ ਕਹਿਣਾ ਜੀ ਫਲਾਣੇ ਅਫਸਰ ਤੋਂ ਸਾਈਨ ਹੋਣਗੇ, ਉਸ ਤੋਂ ਬਾਅਦ ਉੱਥੋਂ ਸਾਈਨ ਹੋਣਗੇ, ਤੁਹਾਨੂੰ ਪਤਾ ਚੱਲ ਜਾਏਗਾ। ਨਹੀਂ ਤਾਂ ਅਦਰਵਾਈਜ਼ ਤਾਂ ਤੁਸੀਂ ਭੰਬਲ ਭੂਸੇ 'ਚ ਪੈ ਜਾਂਦੇ ਹੋ। ਤੇ ਜੇ ਕੋਈ ਕਾਰਪੋਰੇਸ਼ਨ ਦਾ ਕੰਮ ਕਰਾਉਣਾ, ਪਿਛਲੇ ਦਿਨੀ ਜਿੰਨਾ ਵੀ ਸ਼ਹਿਰ ਨੂੰ ਸੋਹਣੇ ਬਣਾਉਣ ਦੀ ਗੱਲ ਹੋਈ ਹੈ, ਜਿੰਨਾ ਕਰੋਨਾ ਤੇ ਕੰਮ ਹੋਇਆ, ਜਿੰਨਾ ਵੀ ਐਨਜੀਓਜ਼ ਨੇ ਕਰੋਨਾ ਤੇ ਕੰਮ ਕੀਤਾ, ਮਤਲਬ ਇਹ ਭਾਜੀ ਦੀ ਪਿੱਠ ਸੁਣਦੀ ਹੈ ਕਿ ਹਾਂ ਬਹੁਤ ਵਾਰੀ ਇਦਾਂ ਹੋਇਆ ਕਿ ਅਸੀਂ ਇੱਕ ਸਿੰਗਲ ਲੈਟਰ ਦਿੱਤੀ, ਉਹਨਾਂ ਨੇ ਦੱਸਿਆ ਵੀ ਫਲਾਣੇ ਆਫਿਸ 'ਚ ਜਾ ਕੇ ਸਬਮਿਟ ਕਰ ਦਿਓ, ਇੱਕ ਬੰਦੇ ਦੇ ਸਾਈਨ ਹੋਏ ਤੇ ਸਾਡਾ ਕੰਮ ਸ਼ੁਰੂ ਹੋ ਗਿਆ। ਸਾਡਾ ਜਿਹੜਾ ਫੋਕਸ ਸੀ ਨਾ, ਉਹ ਸਾਡਾ ਕੰਮ ਤੇ ਰਿਹਾ, ਪਰਮਿਸ਼ਨਾਂ ਤੇ ਨਹੀਂ ਰਿਹਾ। ਕਿੰਨੇ ਸਾਰੇ ਪ੍ਰੋਜੈਕਟਸ ਨੇ ਜਿਹੜੇ ਹਜੇ ਵੀ ਬਹੁਤ ਸਾਰੀਆਂ ਐਨਜੀਓਜ਼, ਆਈਓਸੀ ਦੀ ਗੱਲ ਕਰ ਲਓ, ਸਿਟੀ ਨੀਡਸ ਦੀ ਗੱਲ ਕਰ ਲਓ, ਪੀਏਸੀ ਦੀ ਗੱਲ ਕਰ ਲਓ, ਕਿੰਨੀਆਂ ਮਤਲਬ ਹੋਰ ਸਾਰੀਆਂ ਚੀਜ਼ਾਂ ਉਹਨਾਂ ਨੇ ਪਾਈਪਲਾਈਨ 'ਚ ਪਾਈਆਂ ਹੋਈਆਂ ਸੀ।
ਜਿਹੜੀਆਂ ਉਹ ਅਸੀਂ ਸੋਚਿਆ ਸੀ ਵੀ ਇਦਾਂ ਦੇ ਅਫਸਰ ਨੇ, ਇਹਨਾਂ ਦੀ ਹੁਣ ਪ੍ਰਮੋਸ਼ਨ ਹੋਏਗੀ, ਅਸੀਂ ਟਾਈਮ ਟੂ ਟਾਈਮ ਇਹਨਾਂ ਨਾਲ ਡਿਸਕਸ ਕਰਾਂਗੇ, ਸਾਨੂੰ ਸਪੋਰਟ ਮਿਲੇਗੀ। ਕਿਉਂਕਿ ਜਿਹੜੀ ਕਾਰਪੋਰੇਸ਼ਨ ਦੀ ਸਪੋਰਟ ਹੋਵੇ ਤਾਂ ਤੁਹਾਡਾ ਮਤਲਬ ਜਿਹੜਾ ਕੰਮ ਹੈ ਨਾ ਉਹ 50% ਤੇ ਆ ਜਾਂਦਾ। ਤੁਸੀਂ ਐਫਰਟ ਕਰਦੇ ਹੋ 50%, ਰਿਜ਼ਲਟ ਆਉਂਦਾ 100%। ਅਦਰਵਾਈਜ਼ ਕੀ ਹੈ, ਤੁਸੀਂ ਐਫਰਟ ਕਰਦੇ ਹੋ 100% ਤੇ ਰਿਜ਼ਲਟ ਆ ਜਾਂਦਾ 50%। ਸੋ ਚੰਗੇ ਅਫਸਰ ਨੇ ਜਿਹੜੇ ਉਹ ਕਿਉਂ ਬਾਹਰ ਜਾ ਰਹੇ ਆ। ਦੂਸਰੀ ਗੱਲ ਮੈਂ ਇੱਥੇ ਕਹਿਣਾ ਚਾਹੂੰਗਾ ਕਿ ਪਿਛਲੇ ਦਿਨ ਹੀ ਪਤਾ ਚੱਲਿਆ ਕਿ ਰੀਜ਼ਨ ਹੋਵੇ ਨਾ, ਕੋਈ ਬੰਦਾ ਮੰਨ ਲਓ ਕਰਪਟ ਹੈ, ਅਸੀਂ ਕਦੇ ਨਾਲ ਖੜੀਏ। ਪਤਾ ਚੱਲੇ ਜੀ ਇਹਨੇ ਮਤਲਬ ਕੋਈ ਅਨਐਥੀਕਲ ਚੀਜ਼ ਕੀਤੀ, ਅਸੀਂ ਕਦੇ ਨਾਲ ਖੜੀਏ। ਐਥੀਕਲ ਚੀਜ਼ ਹੈ ਜਿਹੜੀ ਚੀਜ਼ ਸਰਕਾਰ ਨੇ ਬਣਾਈ ਹੈ, ਸਰਕਾਰ ਨੇ ਹੀ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਬੈਨ ਕੀਤਾ, ਠੀਕ ਹੈ, ਉਹਦੇ ਅਗੇਂਸਟ ਚਲਾਨ ਕੱਟਣ ਦੀ ਤੇ ਆਪਣੀ ਓਨੈਸਟੀ ਡਿਊਟੀ ਨਿਭਾਉਣ ਦੀ ਇਹ ਸਜ਼ਾ ਦਿੱਤੀ ਜਾਊਗੀ। ਇਹਦਾ ਮਤਲਬ ਸਰਕਾਰ ਸਿੱਧਾ ਚਾਹੁੰਦੀ ਹੈ ਕਿ ਕੋਈ ਵੀ ਮੰਤਰੀ ਆਪਦੀ ਜਿਹੜੀ ਡਿਊਟੀ ਓਨੈਸਟਲੀ ਨਾ ਕਰੇ। ਇਹੀ ਹੋਇਆ ਨਾ, ਇਹੀ ਸਿੱਧ ਹੋਇਆ ਨਾ। ਇਹ ਫਿਰ ਕੀ ਹੈ ਵੀ ਜਿਹੜੀਆਂ ਬਾਲੀਵੁੱਡ ਦੀਆਂ ਮੂਵੀਜ਼ ਨੇ, ਸਿੰਘਮ ਵਰਗੀਆਂ ਮੂਵੀਜ਼ ਨੇ, ਉਹ ਸਿਰਫ ਇਹ ਆ ਵੀ ਥੀਏਟਰ 'ਚ ਬਹਿ ਕੇ ਤਾੜੀਆਂ ਮਾਰੋ ਤੇ ਜਿਹੜਾ ਰੀਅਲ ਲਾਈਫ 'ਚ ਸਿੰਘਮ ਹੈ ਉਹਨੂੰ ਲਾ ਕੇ ਖੁੰਝੇ ਲਾ ਦਿਓ। ਅੱਛਾ, ਤੁਸੀਂ ਕਹਿ ਦਿਓ ਬਈ ਹਾਂ, ਪਬਲਿਕ ਦੇ ਸਾਹਮਣੇ ਤੁਸੀਂ ਸਿੱਧ ਕਰ ਦਿਓ ਵੀ ਇਹ ਬੰਦੇ ਨੇ ਆਹ ਡਿਊਟੀ ਗਲਤ ਕੀਤੀ ਹੈ। ਜੇ ਅੱਜ ਮੰਨ ਲਓ ਸ਼ਹਿਰ ਵਾਸੀ, ਮੇਰੇ ਤੋਂ ਇਲਾਵਾ ਵੀ ਕਿੰਨੀਆਂ NGOs ਇੱਥੇ ਆਈਆਂ ਸੀ, ਠੀਕ ਹੈ, ਸ਼ਹਿਰ ਵਾਸੀ ਇਹ ਚੀਜ਼ ਚਾਹੁੰਦੇ ਆ ਤੇ ਸਿੱਧ ਕਰ ਦਿਓ ਨਾ। ਤੁਸੀਂ ਜੇ ਅੱਜ ਇੱਕ ਸ਼ਹਿਰ ਕੋਈ ਮੰਨ ਲਓ ਅਸੀਂ ਤੁਹਾਨੂੰ ਚੁਣਿਆ, ਠੀਕ ਹੈ, ਅਸੀਂ ਤੁਹਾਨੂੰ ਵੋਟ ਪਾ ਕੇ ਚੁਣਿਆ ਤੇ ਸਾਡੀ ਕੁਐਸਚਨ ਜਿਹੜੀ ਕਰਨ ਦੀ ਆ ਉਹ ਵੀ ਸਾਡੀ ਇੱਕ ਕੈਪੈਸਿਟੀ ਹੈ ਨਾ, ਤੇ ਤੁਸੀਂ ਸਾਨੂੰ ਜਵਾਬ ਦਿਓ। ਮੈਂ ਕਹਿੰਦਾ ਤੁਸੀਂ ਜਵਾਬ ਦਿਓ ਵੀ ਹਾਂਜੀ ਉਹਨਾਂ ਨੇ ਕਿੱਥੇ ਗਲਤੀ ਕੀਤੀ ਹੈ। ਹਾਂ, ਜੇ ਇਹ ਗਲਤੀ ਆ ਉਹਨਾਂ ਦੀ ਕਿ ਆਪਣੀ ਡਿਊਟੀ ਸਹੀ ਤਰ੍ਹਾਂ ਨਿਭਾਉਣਾ, ਫਿਰ ਇਹ ਬਿਲਕੁਲ ਗਲਤ ਗੱਲ ਹੈ। ਮਤਲਬ ਤੁਸੀਂ ਫਿਲਮਾਂ ਵਾਲੀ ਗੱਲ ਕਰਤੀ, ਫਿਲਮਾਂ 'ਚ ਹੀ ਸੁਣੀਦਾ ਹੁੰਦਾ ਸੀ ਵੀ ਜਿਹੜੇ ਇਮਾਨਦਾਰ ਹੁੰਦੇ ਆ ਉਹਨਾਂ ਦੀ ਬਦਲੀ ਹੁੰਦੀ ਆ, ਪ੍ਰਮੋਸ਼ਨ ਨਹੀਂ ਹੁੰਦੀ, ਬਦਲੀ ਹੁੰਦੀ ਆ। ਅੱਜ ਸੱਚ ਹੋ ਗਿਆ। ਦੇਖੋ ਫਿਲਮਾਂ 'ਚ ਮੈਂ ਤੁਹਾਨੂੰ ਇੱਕੋ ਫਿਲਮ ਦੀ ਐਗਜ਼ਾਮਪਲ ਦਿੱਤੀ ਆ। ਮੈਨੂੰ ਕਿਤੇ ਨਾ ਜਦੋਂ ਮੈਂ ਪਰਸੋਂ WhatsApp ਤੇ ਹੀ ਦੇਖਿਆ ਵੀ ਆਰਡਰ ਹੋਇਆ, ਮੈਨੂੰ ਸਟ੍ਰੇਟ 1 ਸੈਕਿੰਡ 'ਚ ਨੈਕਸਟ ਮੂਮੈਂਟ 'ਚ ਮੇਰੇ ਦਿਮਾਗ 'ਚ ਸਿੰਘਮ ਮੂਵੀ ਆਉਂਦੀ ਹੈ ਕਿ ਬਈ ਇੱਕ ਜੀ ਬਹੁਤ ਵੱਡਾ ਪੋਲੀਟੀਸ਼ੀਅਨ ਹੈ, ਠੀਕ ਹੈ, ਉਹਦੇ ਨਾਲ ਜੀ ਉਹਦੇ ਅਗੇਂਸਟ ਜੇ ਕੋਈ ਕੰਮ ਕਰੇਗਾ ਤੇ ਉਹਨੂੰ ਚੁੱਕ ਕੇ ਬਾਹਰ ਸਿੱਟ ਦਾਂਗੇ। ਇਹੀ ਕੁਝ ਹੋ ਰਿਹਾ ਅੱਜ। ਮੰਨ ਲਓ ਕਿ ਜਿੱਥੇ ਸਿੰਗਲ ਯੂਜ਼ ਪਲਾਸਟਿਕ ਦੇ ਜਿੱਥੇ ਚਲਾਨ ਕੱਟੇ ਗਏ, ਉਹ ਸਭ ਨੂੰ ਪਤਾ ਕਿਹਦਾ ਏਰੀਆ, ਠੀਕ ਹੈ, ਤੇ ਉਹ ਇਹ ਵੀ ਪਤਾ ਕਿ ਉਸ ਏਰੀਏ ਦੀ ਪੋਲੀਟੀਸ਼ੀਅਨ ਦੀ ਪਾਵਰ ਕਿੰਨੀ ਹੈ, ਕਿਉਂਕਿ ਉਹਨਾਂ ਕੋਲ ਕੈਬਨਿਟ ਦਾ ਰੈਂਕ ਹੈ ਤੇ ਉਹ ਕਰ ਵੀ ਸਕਦੇ ਆ। ਅੱਜ ਉਹੀ ਕੁਝ ਹੋਇਆ। ਮੈਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਨਾਮ, ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਕਿਸੇ ਨਾਲ ਕੀ ਆ। ਮੈਨੂੰ ਬੀਇੰਗ ਐਨ NGO ਹੈ ਨਾ, ਮੈਨੂੰ ਨਹੀਂ ਪਤਾ ਵੀ ਮੈਂ ਹੁਣੇ ਹੀ ਸੁਣਿਆ ਤੁਹਾਡੇ ਸਾਹਮਣੇ ਕਿ ਉਹਨਾਂ ਦੀ ਕਿਸੇ ਮੰਤਰੀ ਨਾਲ ਲੱਗਦੀ ਸੀ ਜਾਂ ਨਹੀਂ। ਪਰ ਜਦੋਂ ਬੀਇੰਗ ਅ ਕਾਮਨ ਸਿਟੀਜ਼ਨ ਮੈਂ ਸਾਰਾ ਕੁਝ ਐਨਾਲਿਸਿਸ ਕਰੂੰਗਾ, ਸੀਕੁਐਂਸ ਦੇਖੂੰਗਾ ਵੀ ਹਾਂ ਕਿਹੜੀਆਂ ਚੀਜ਼ਾਂ ਹੋਈਆਂ ਉਹਨਾਂ ਦੀ ਬਦਲੀ ਕਰਕੇ, ਤਾਂ ਫਿਰ ਸਮਝ ਆਉਂਦੀ ਹਾਂ ਵੀ ਜਾਣ ਕੇ ਕੀਤੀ ਗਈ ਹੈ। ਕਿਉਂਕਿ ਜਦੋਂ ਤੁਸੀਂ ਚਲਾਨ ਕੱਟਣਾ, ਆਪਣੀ ਡਿਊਟੀ ਕਰਨੀ, ਆਪਣੀ ਡਿਊਟੀ ਕਰਕੇ ਤੁਸੀਂ ਮਤਲਬ ਹੋਨੈਸਟਲੀ ਆਪਣੀ ਡਿਊਟੀ ਕਰ ਰਹੇ ਹੋ ਤੇ ਤੁਹਾਨੂੰ ਚੁੱਕ ਕੇ ਦੂਜੇ ਪਾਸੇ ਮਾਰਿਆ ਜਾ ਰਿਹਾ, ਇਹ ਕਿੱਥੋਂ ਦਾ ਰੂਲ ਹੈ। ਧੰਨਵਾਦ ਜੀ ਤੁਹਾਡਾ ਬਹੁਤ। ਥੈਂਕ ਯੂ। ਸੋ ਦੇਖ ਸਕਦੇ ਹੋ ਵੀ ਕਿੱਦਾਂ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਦਾ ਇਹ ਮਿਲਦਾ, ਜੋ ਕਹਿ ਸਕਦੇ ਹਾਂ ਰਿਜ਼ਲਟ ਇਹ ਮਿਲਦਾ, ਬਦਲੀ ਮਿਲਦੀ ਹੈ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੇ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾਮੈਨ ਪਰਮਿੰਦਰ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।